ਹੈਲੋ ਸਟੂਡੈਂਟਸ, ਅੱਜ ਮੈਂ ਤੁਹਾਡੇ ਨਾਲ ਟੌਪਿਕ ਡਿਸਕਸ ਕਰ ਰਿਹਾ ਹਾਂ ਇਲੈਕਟ੍ਰਿਕ ਫੀਲਡ ਡਿਊ ਟੂ ਮੂਵਿੰਗ ਚਾਰਜ। ਸੋ ਜਿਹੜਾ ਚੈਪਟਰ ਆਪਾਂ ਸ਼ੁਰੂ ਕੀਤਾ ਹੋਇਆ ਫੀਲਡ ਡਿਊ ਟੂ ਮੂਵਿੰਗ ਚਾਰਜਸ, ਉਸ ਦਾ ਇਹ ਥਰਡ ਟੌਪਿਕ ਹੈ ਇਲੈਕਟ੍ਰਿਕ ਫੀਲਡ ਡਿਊ ਟੂ ਮੂਵਿੰਗ ਚਾਰਜ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਫਰੇਮਸ ਆਫ ਰੈਫਰੈਂਸ ਲਏ ਦੋ, ਐਸ ਐਂਡ ਐਸ ਡੈਸ਼। ਜਿਸ ਤਰ੍ਹਾਂ ਕਿ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਦੇ ਵਿੱਚ ਆਪਾਂ ਇਹ ਵਾਲਾ ਡਾਇਗਰਾਮ ਕਾਫੀ ਵਾਰ ਬਣਾਉਂਦੇ ਆ। ਸੋ ਫਰੇਮ ਐਸ ਜਿਹੜਾ ਹੈ ਉਹ ਰੈਸਟ ਦੇ ਉੱਤੇ ਆ ਅਤੇ ਫਰੇਮ ਐਸ ਡੈਸ਼ ਉਹ ਮੂਵ ਕਰ ਰਿਹਾ ਵਿਦ ਵੈਲੋਸਿਟੀ ਵੀ, ਯੂਨੀਫਾਰਮ ਵੈਲੋਸਿਟੀ ਵੀ ਦੇ ਨਾਲ। ਹੁਣ ਇਹਦੇ ਵਿੱਚ ਜਿਹੜਾ ਫਰੇਮ ਐਸ ਡੈਸ਼ ਹੈ ਉਹਦੇ ਓਰੀਜਨ ਦੇ ਉੱਤੇ ਇੱਕ ਚਾਰਜ ਰੱਖਿਆ ਹੋਇਆ ਕਿਉ। ਅਸੀਂ ਫਾਈਂਡ ਕਰਨਾ ਹੈ ਕਿ ਇਹ ਵਾਲਾ ਚਾਰਜ ਜਿਹੜਾ ਕਿਉ ਹੈ ਉਹ ਫਰੇਮ ਐਸ ਦੇ ਵਿਦ ਰਿਸਪੈਕਟ ਟੂ, ਜਿਹੜਾ ਆਹ ਫਰੇਮ ਐਸ ਹੈ ਇਹਦੇ ਵਿਦ ਰਿਸਪੈਕਟ ਟੂ ਇਹ ਵਾਲਾ ਚਾਰਜ ਕਿਉ ਉਹ ਮੂਵ ਕਰ ਰਿਹਾ। ਸੋ ਫਰੇਮ ਐਸ ਦੇ ਵਿਦ ਰਿਸਪੈਕਟ ਟੂ ਇਲੈਕਟ੍ਰਿਕ ਫੀਲਡ ਕਿੰਨੀ ਹੋਏਗੀ ਇੱਕ ਪੁਆਇੰਟ P ਦੇ ਉੱਤੇ ਡਿਊ ਟੂ ਚਾਰਜ ਕਿਉ। ਸੋ ਇਹ ਇਸ ਟੌਪਿਕ ਦੇ ਵਿੱਚ ਸਾਡਾ ਓਬਜੈਕਟਿਵ ਹੈ to find the electric field due to this charge Q, which and this charge it is moving with respect to frame S. So ਸਭ ਤੋਂ ਪਹਿਲਾਂ ਆਪਾਂ ਫਾਈਂਡ ਕਰਾਂਗੇ ਕਿ ਪੁਆਇੰਟ P ਦੇ ਉੱਤੇ ਇਲੈਕਟ੍ਰਿਕ ਫੀਲਡ ਡਿਊ ਟੂ ਚਾਰਜ Q ਵਿਦ ਰਿਸਪੈਕਟ ਟੂ ਫਰੇਮ S ਡੈਸ਼ ਕਿੰਨੀ ਹੋਏਗੀ। ਧਿਆਨ ਰੱਖੋ S ਡੈਸ਼ ਫਰੇਮ ਆ ਜਿਹੜਾ ਮੂਵ ਕਰ ਰਿਹਾ, ਜਿਸ ਤਰ੍ਹਾਂ ਇੱਕ ਟਰੋਲੀ ਮੂਵ ਕਰਦੀ ਆ ਅਤੇ ਉਹਦੇ ਵਿੱਚ ਪਿਆ ਵਾ ਚਾਰਜ Q। ਇਹਦਾ ਮਤਲਬ ਹੈ ਕਿ ਫਰੇਮ ਐਸ ਡੈਸ਼ ਦੇ ਵਿੱਚ ਉਹ ਚਾਰਜ ਰੈਸਟ ਦੇ ਉੱਤੇ ਹੈ। ਸੋ ਰੈਸਟ ਚਾਰਜ ਦੀ ਇਲੈਕਟ੍ਰਿਕ ਫੀਲਡ ਪੁਆਇੰਟ P ਦੇ ਉੱਤੇ ਆਪਾਂ ਨੂੰ ਪਤਾ ਹੈ ਕੂਲਮਸ ਲਾ ਦੇ ਨਾਲ, ਦਿਸ ਇਜ਼ ਇਕੁਅਲ ਟੂ E ਡੈਸ਼ Q ਓਵਰ 4πε0 R ਡੈਸ਼ ਸਕੇਅਰ R ਡੈਸ਼। ਸੋ ਇਲੈਕਟ੍ਰਿਕ ਫੀਲਡ ਤੁਹਾਡੇ ਕੋਲ ਆਈ ਹੈ ਡਿਊ ਟੂ ਚਾਰਜ Q ਐਟ ਪੁਆਇੰਟ P ਵਿਦ ਰਿਸਪੈਕਟ ਟੂ ਫਰੇਮ S ਡੈਸ਼, ਕਿਉਂਕਿ S ਡੈਸ਼ ਫਰੇਮ ਦੇ ਵਿਦ ਰਿਸਪੈਕਟ ਟੂ ਇਹ ਚਾਰਜ ਜਿਹੜਾ Q ਆ ਉਹ ਰੈਸਟ ਦੇ ਉੱਤੇ ਹੈ। ਸੋ ਇਸ ਨੂੰ ਆਪਾਂ ਕੰਪੋਨੈਂਟ ਫਾਰਮ ਦੇ ਵਿੱਚ ਲਿਖ ਸਕਦੇ ਹਾਂ ਕਿ R ਡੈਸ਼ ਦੀ ਵੈਲਿਊ ਲਿਖਦੀ X ਡੈਸ਼ I ਕੈਪ, Y ਡੈਸ਼ J ਕੈਪ। ਸੋ ਇਸੇ ਤਰ੍ਹਾਂ ਇਹਦਾ ਮੈਗਨੀਚਿਊਡ ਲਿਖਦਾ। ਸੋ ਇਹ ਤਾਂ ਆਸਾਨ ਹੀ ਸਟੈਪਸ ਨੇ ਅਤੇ ਕੰਪੋਨੈਂਟ ਫਾਰਮ ਦੇ ਵਿੱਚ ਲਿਖਤਾ EX ਡੈਸ਼ EY ਡੈਸ਼ ਐਂਡ EZ ਡੈਸ਼, ਇਹ ਸਾਰੀਆਂ ਇਹਦੀਆਂ ਵੈਲਿਊਸ ਆ ਜਾਣਗੀਆਂ। ਠੀਕ ਹੈ ਜੀ। ਸੋ ਦਿਸ ਇਜ਼ EZ ਡੈਸ਼। ਨਾਓ ਆਪਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਚੇਂਜ ਕਰਨਾ ਹੈ ਫਰੋਮ ਫਰੇਮ S ਡੈਸ਼ ਟੂ S। ਸੋ ਆਹ ਵਾਲੀਆਂ ਟਰਾਂਸਫੋਰਮੇਸ਼ਨਸ ਆਪਾਂ ਪਿਛਲੇ ਉਹਦੇ 'ਚ ਕੀਤੀਆਂ ਸੀਗੀਆਂ ਟੌਪਿਕ ਦੇ ਵਿੱਚ ਕਿ ਇਲੈਕਟ੍ਰਿਕ ਫੀਲਡ ਦੀ ਜਿਹੜੀ ਟਰਾਂਸਫੋਰਮੇਸ਼ਨਸ ਨੇ, ਜਦੋਂ ਮੈਂ ਪੈਰਲਲ ਪਲੇਟ ਕਪੈਸਿਟਰ ਲਿਆ ਸੀਗਾ ਅਤੇ ਉਹਦਾ ਰਿਲੇਸ਼ਨ ਸੀਗਾ EX ਡੈਸ਼ ਇਕੁਅਲ ਟੂ EX, EY ਡੈਸ਼ ਇਕੁਅਲ ਟੂ ਗਾਮਾ EY, EZ ਡੈਸ਼ ਇਕੁਅਲ ਟੂ ਗਾਮਾ EZ। ਪਰ ਇਹ ਸੀ ਫਰੋਮ ਫਰੇਮ ਟੂ S ਟੂ S ਡੈਸ਼। ਹੁਣ ਆਪਾਂ ਚੇਂਜ ਕਰਨਾ ਹੈ ਫਰੋਮ S ਡੈਸ਼ ਟੂ S, ਕਿਉਂਕਿ ਜਿਵੇਂ ਮੈਂ ਸ਼ੁਰੂ 'ਚ ਦੱਸਿਆ ਕਿ ਆਈ ਵਾਂਟ ਟੂ ਫਾਈਂਡ ਦਾ ਇਲੈਕਟ੍ਰਿਕ ਫੀਲਡ ਵਿਦ ਰਿਸਪੈਕਟ ਟੂ ਫਰੇਮ S। ਸੋ ਇਨਵਰਸ ਟਰਾਂਸਫੋਰਮੇਸ਼ਨਸ ਲਗਾਈਆਂ ਤਾਂ ਜਿੱਥੇ ਜਿੱਥੇ ਆਹ ਪ੍ਰਾਈਮ ਦਾ ਨਿਸ਼ਾਨ ਪਾਇਆ ਹੋਇਆ ਡੈਸ਼ ਦਾ ਨਿਸ਼ਾਨ, ਉਹ ਆਪਾਂ ਉਸ ਨੂੰ ਚੇਂਜ ਕਰ ਦਾਂਗੇ। ਸੋ EX ਡੈਸ਼ ਬਿਕਮਸ EX ਅਤੇ EX ਬਿਕਮਸ EX ਡੈਸ਼। ਇਸੇ ਤਰ੍ਹਾਂ ਜਿੱਥੇ ਜਿੱਥੇ ਡੈਸ਼ ਹੈ ਉਹਨੂੰ ਆਪਾਂ ਚੇਂਜ ਕਰ ਦਾਂਗੇ, EY ਡੈਸ਼ ਨੂੰ EY ਦੇ ਵਿੱਚ ਅਤੇ EY ਨੂੰ EY ਡੈਸ਼ ਦੇ ਵਿੱਚ। ਸੋ ਇਹ ਮੇਰੇ ਕੋਲ ਟਰਾਂਸਫੋਰਮੇਸ਼ਨਸ ਆ ਗਈਆਂ ਵੈਨ ਵੀ ਆਰ ਮੂਵਿੰਗ ਫਰੋਮ ਫਰੇਮ S ਡੈਸ਼ ਟੂ S। ਧਿਆਨ ਰੱਖਣਾ ਵਾ, ਕਈ ਵਾਰੀ ਸਟੂਡੈਂਟਸ ਗਲਤੀ ਕਰ ਜਾਂਦੇ ਆ ਕਿ ਅਸੀਂ ਇਸ ਟਰਾਂਸਫੋਰਮੇਸ਼ਨ ਜਿਹੜੀਆਂ ਉੱਪਰ ਆ ਲਿਖੀਆਂ ਹੋਈਆਂ ਨੇ ਇਹਨਾਂ ਨੂੰ ਹੀ ਅਸੀਂ ਇੱਥੋਂ ਹੀ EY ਦੀ ਵੈਲਿਊ ਫਾਈਂਡ ਕਰਨ ਲੱਗ ਜਾਂਦੇ ਹਾਂ ਕਿ EY ਇਜ਼ EY ਡੈਸ਼ ਬਾਈ ਗਾਮਾ, EZ ਇਜ਼ EZ ਡੈਸ਼ ਬਾਈ ਗਾਮਾ। ਸੋ ਉੱਥੇ ਫਿਰ ਅਗਰ ਆਪਾਂ ਫਾਰਮੂਲਾ ਗਲਤ ਲਿਖ ਗਏ ਤਾਂ ਉਹ ਫਿਰ ਸਾਰਾ ਆਰਟੀਕਲ ਥਰੂ ਆਊਟ ਆਫ ਫਾਰਮੂਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਸੋ ਧਿਆਨ ਰੱਖਣਾ ਹੈ ਕਿ ਜਦੋਂ ਇਨਵਰਸ ਟਰਾਂਸਫੋਰਮੇਸ਼ਨਸ ਕਰਨੀਆਂ ਨੇ
ਤਾਂ ਆਪਾਂ ਉਹਦੇ ਸਾਈਨ ਜਿਹੜੇ ਹੈਗੇ ਨੇ ਪ੍ਰਾਈਮ ਨੂੰ ਅਨਪ੍ਰਾਈਮ ਕਰਨਾ ਹੈ ਅਤੇ ਹੋਰ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੇਂਜ ਨਹੀਂ ਕਰਨਾ। ਨਾਓ ਜਿਹੜੀ ਇਕੁਏਸ਼ਨ ਸੈਕਿੰਡ ਤੁਹਾਡੇ ਕੋਲ ਆਈ ਹੈ, ਇਸ ਇਕੁਏਸ਼ਨ ਸੈਕਿੰਡ ਦੇ ਵਿੱਚ ਤੁਸੀਂ ਵੈਲਿਊਜ਼ ਪੁੱਟ ਕਰ ਦਿਓ EX ਡੈਸ਼ ਦੀ, EY ਡੈਸ਼ ਦੀ ਅਤੇ EZ ਡੈਸ਼ ਦੀ। ਫਿਰ ਸੋਲਵ ਕਰੋਗੇ ਤੁਹਾਡੇ ਕੋਲ ਆ ਵੈਲਿਊਜ਼ ਆ ਜਾਣਗੀਆਂ। ਨਾਲ ਹੀ ਜਿਹੜੀਆਂ ਐਕਸ ਡੈਸ਼, ਵਾਈ ਡੈਸ਼ ਅਤੇ ਜ਼ੈਡ ਡੈਸ਼ ਦੀਆਂ ਵੈਲਿਊਜ਼ ਨੇ, ਇਹ ਵੀ ਆਪਾਂ ਲੋਰੈਂਸ ਟਰਾਂਸਫੋਰਮੇਸ਼ਨਸ ਦੇ ਨਾਲ ਇਹਦੀਆਂ ਵੈਲਿਊਜ਼ ਵੀ ਆਪਾਂ ਪੁੱਟ ਕਰ ਦੇਣੀਆਂ। ਸੋ ਆਪਾਂ ਨੂੰ ਸਾਰੀਆਂ ਵੈਲਿਊਜ਼ ਪਤਾ ਨੇ ਇਹ ਮਕੈਨਿਕਸ ਦੇ ਵਿੱਚੋਂ। ਐਕਸ ਡੈਸ਼ ਇਕੁਅਲ ਟੂ ਗਾਮਾ ਐਕਸ ਮਾਈਨਸ BT, ਵਾਈ ਡੈਸ਼ ਇਕੁਅਲ ਟੂ ਵਾਈ ਐਂਡ ਜ਼ੈਡ ਡੈਸ਼ ਇਕੁਅਲ ਟੂ ਜ਼ੈਡ, ਅਤੇ ਗਾਮਾ ਦੀ ਵੈਲਿਊ ਹੁੰਦੀ ਹੈ 1/1 ਮਾਈਨਸ B ਸਕੇਅਰ ਬਾਈ C ਸਕੇਅਰ। ਸੋ ਸਾਰੀਆਂ ਇਹ ਵੈਲਿਊਜ਼ ਤੁਸੀਂ ਪੁੱਟ ਕਰ ਦੇਣੀਆਂ ਨੇ ਇਸ ਇਕੁਏਸ਼ਨ 2 ਦੇ ਵਿੱਚ, ਅਤੇ ਇਹਦੇ ਨਾਲ ਤੁਹਾਡੇ ਕੋਲ EX, EY, EZ ਆ ਜਾਏਗਾ। ਥੋੜ੍ਹਾ ਜਿਹਾ ਸੋਲਵ ਕਰਨੇ ਨੇ ਸਟੈਪਸ, ਕਿਤਾਬ ਦੇ ਵਿੱਚ ਸਾਰੇ ਸਟੈਪ ਸੋਲਵ ਕੀਤੇ ਹੋਏ ਨੇ। ਸੋ ਇਹਦੇ ਨਾਲ ਤੁਹਾਡੇ ਕੋਲ E ਦੀ ਵੈਲਿਊ ਆ ਜਾਏਗੀ। ਸੋ ਜਿਹੜੀ ਆ ਇਕੁਏਸ਼ਨ 3 ਤੁਹਾਡੇ ਕੋਲ ਆਈ ਹੈ, ਡੈਟ ਇਜ਼ ਦ ਇਲੈਕਟ੍ਰਿਕ ਫੀਲਡ ਇਨ ਫਰੇਮ S ਡਿਊ ਟੂ ਚਾਰਜ Q। ਸੋ ਇਹ ਇਕੁਏਸ਼ਨ ਨੰਬਰ ਹੈ 3। ਨਾਓ ਇਸ ਦੇ ਵਿੱਚ ਆਪਾਂ ਆ ਜਿਹੜੀ ਵੈਲਿਊ ਆਉਂਦੀ ਹੈ V/C ਇਕੁਏਸ਼ਨ 3 'ਚ, ਉਹਨੂੰ ਮੈਂ ਪੁੱਟ ਕਰਤਾ ਬੀਟਾ। ਸੋ ਬੀਟਾ ਇਜ਼ V/C। V ਕੀ ਹੈ? ਵੈਲੋਸਿਟੀ ਆਫ ਚਾਰਜ ਔਰ ਦਾ ਵੈਲੋਸਿਟੀ ਆਫ ਫਰੇਮ S ਡੈਸ਼, ਅਤੇ C ਹੈ ਵੈਲੋਸਿਟੀ ਆਫ ਲਾਈਟ। ਸੋ ਇਹ ਵੈਲਿਊਜ਼ ਆਪਾਂ ਇਕੁਏਸ਼ਨ 3 'ਚ ਪੁੱਟ ਕੀਤੀਆਂ ਅਤੇ ਮੇਰੇ ਕੋਲ ਆ ਇਕੁਏਸ਼ਨ 4 ਬਣ ਗਈ। ਨਾਲ ਹੀ ਆ ਇੱਕ ਟਰਾਇੰਗਲ ਆਪਾਂ ਬਣਾ ਸਕਦੇ ਹਾਂ O ਡੈਸ਼ P ਇਸ ਡਾਇਗਰਾਮ ਦੇ ਵਿੱਚ। ਆ ਦੇਖੋ ਇਨ ਟਰਾਇੰਗਲ O ਡੈਸ਼ P। ਸੋ ਇਹਦੇ ਟਰਾਇੰਗਲ ਆਫ ਵੈਕਟਰਸ ਲਗਾਵਾਂਗੇ ਤਾਂ ਆ ਜਿਹੜਾ OP ਹੈ ਇਹ ਬਰਾਬਰ ਆ ਜਾਏਗਾ O ਡੈਸ਼ ਪਲੱਸ O ਡੈਸ਼ P। ਸੋ ਇੱਥੋਂ ਤੁਸੀਂ ਆ ਵੈਲਿਊ ਫਾਈਂਡ ਕਰ ਸਕਦੇ ਹੋ। O ਡੈਸ਼ ਕਿੰਨਾ ਹੈ? VTI ਕੈਪ, ਕਿਉਂਕਿ V ਵੈਲੋਸਿਟੀ ਨਾਲ ਜਾ ਰਿਹਾ ਯੂਨੀਫਾਰਮ ਵੈਲੋਸਿਟੀ ਨਾਲ। ਸੋ ਵੈਲੋਸਿਟੀ ਇਨਟੂ ਟਾਈਮ ਇਟ ਇਜ਼ ਡਿਸਟੈਂਸ O ਡੈਸ਼। ਸੋ ਇਹ ਵੈਲਿਊਜ਼ ਆਪਾਂ ਇੱਥੇ ਪੁੱਟ ਕਰਤੀਆਂ। ਤਾਂ ਮੇਰੇ ਕੋਲ ਜਿਹੜੀ ਇਕੁਏਸ਼ਨ 4 ਹੈ ਉਹ ਬਣ ਗਈ ਇਕੁਏਸ਼ਨ 5। ਸੋ ਇਹਦੇ ਵਿੱਚ X, Y, Z, K ਕੈਪ ਇਹਨਾਂ ਦੀ ਵੈਲਿਊ R ਪੁੱਟ ਕਰਤੀ, VT I ਕੈਪ। ਨਾਓ ਜਿਹੜਾ ਟਰਾਇੰਗਲ ਆਫ ਵੈਕਟਰਸ ਜਿਹੜਾ ਮੈਂ ਇੱਥੇ ਲਿਖਿਆ ਉੱਥੇ R ਮਾਈਨਸ VT I ਕੈਪ ਕਾਹਦੇ ਬਰਾਬਰ ਆ? R ਡੈਸ਼ ਦੇ। ਸੋ ਦਿਸ ਇਜ਼ R ਡੈਸ਼। ਸੋ ਇਹ ਮੇਰੇ ਕੋਲ ਇਲੈਕਟ੍ਰਿਕ ਫੀਲਡ ਆਈ ਆ ਇਨ ਫਰੇਮ S ਡਿਊ ਟੂ ਮੂਵਿੰਗ ਚਾਰਜ Q। ਹੁਣ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਇਹ ਵਾਲੀ ਜਿਹੜੀ ਇਲੈਕਟ੍ਰਿਕ ਫੀਲਡ ਆ ਇਹਦੀ ਡਾਇਰੈਕਸ਼ਨ R ਡੈਸ਼ ਦੀ ਡਾਇਰੈਕਸ਼ਨ ਵਾਲੀ ਹੈ, ਉਸ ਡਾਇਰੈਕਸ਼ਨ ਦੇ ਪੈਰਲਲ ਹੈ। ਸੋ R ਡੈਸ਼ ਇਟ ਇਜ਼ ਅਲੋਂਗ O ਡੈਸ਼ P। ਸੋ ਜਿਹੜੀ ਇਲੈਕਟ੍ਰਿਕ ਫੀਲਡ ਮੇਰੇ ਕੋਲ ਆ ਰਹੀ ਹੈ ਡੈਟ ਇਜ਼ ਨਾਟ ਡਾਇਰੈਕਟਡ ਅਲੋਂਗ OP ਦੇ ਅਲੋਂਗ ਨਹੀਂ ਹੈਗੀ ਉਹ ਡਾਇਰੈਕਸ਼ਨ। ਉਹ ਕਾਹਦੇ ਅਲੋਂਗ ਉਹਦੀ ਇਲੈਕਟ੍ਰਿਕ ਫੀਲਡ ਡਾਇਰੈਕਸ਼ਨ? O ਡੈਸ਼ P ਦੇ ਅਲੋਂਗ। ਇਹਦਾ ਮਤਲਬ ਜਿਹੜੀ ਇਲੈਕਟ੍ਰਿਕ ਫੀਲਡ ਡਿਊ ਟੂ ਮੂਵਿੰਗ ਚਾਰਜ ਆ ਇਟ ਇਜ਼ ਨੋਨ ਰੇਡੀਅਲ। ਰੇਡੀਅਲ ਮੀਨਸ ਡੈਟ ਇਟ ਇਜ਼ ਅਲੋਂਗ OP, it is along the direction OP, but now it is along O dash P, therefore the electric field is non-radial। so ਇਹ ਵਾਲੀ electric field non-radial ਹੈ, ਤੇ ਜਿਹੜੀ non-radial electric field ਹੈ that is also non-conservative। ਉਹ ਵਾਲੀ electric field ਕੀ ਹੋਏਗੀ? it is non-conservative, right? now our first case is case 1 when V is approaching 0। ਜਦੋਂ V 0 ਨੂੰ ਅਪਰੋਚ ਕਰੇਗਾ ਤਾਂ ਤੁਸੀਂ ਇਕੁਏਸ਼ਨ 5 ਦੇ ਵਿੱਚ ਇਹ ਵੈਲਿਊਜ਼ ਪੁੱਟ ਕਰੋਗੇ ਤਾਂ ਤੁਹਾਡੇ ਕੋਲ ਉਹੀ ਵੈਲਿਊ ਇਲੈਕਟ੍ਰਿਕ ਫੀਲਡ ਦੀ ਆ ਜਾਏਗੀ ਜਿਹੜੀ ਕਿ ਪੁਆਇੰਟ ਚਾਰਜ ਸਟੇਸ਼ਨਰੀ ਚਾਰਜ ਕਰਕੇ ਹੋਊਗੀ। ਕੇਸ 2 ਹੈ ਕਿ ਵੈਨ ਟਾਈਮ t ਇਕੁਅਲ ਟੂ 0। ਜਦੋਂ ਟਾਈਮ t ਇਕੁਅਲ ਟੂ 0 ਹੈ ਤਾਂ ਉਹਦੇ ਵਿੱਚ ਧਿਆਨ ਰੱਖੋ ਕਿ O and O dash both are coinciding with each other। O ਤੇ O dash ਇਹ ਦੋਨੇ ਫਰੇਮ ਉਦੋਂ ਕੋਇਨਸਾਈਡ ਕਰਦੇ ਸੀ ਜਦੋਂ ਟਾਈਮ ਆਪਾਂ ਸਟਾਰਟ ਹਜੇ ਨਹੀਂ ਕੀਤਾ t ਇਕੁਅਲ ਟੂ 0। ਜਦੋਂ ਟਾਈਮ ਸਟਾਰਟ ਕੀਤਾ ਤਾਂ ਉਹ ਜਿਹੜਾ ਫਰੇਮ S ਹੈ ਉਹ ਆਪਣੀ ਥਾਂ 'ਤੇ ਹੀ ਰਿਹਾ ਰੈਸਟ ਦੇ ਉੱਤੇ, ਅਤੇ ਜਿਹੜਾ ਫਰੇਮ S ਡੈਸ਼ ਹੈ ਉਹ ਮੂਵ ਕਰਨ ਲੱਗ ਗਿਆ ਟੂਵਰਡਸ ਦ ਲੈਫਟ ਵਿਦ ਵੈਲੋਸਿਟੀ V। ਸੋ ਇਸ ਦੇ ਵਿੱਚ ਜਿਹੜਾ ਇਹ ਫਰੇਮ ਹੈ
S dash that will coincide with S at time t equal to 0. So time t equal to 0 ਤੁਸੀਂ ਪੁੱਟ ਕਰ ਦਿਓ ਇਕੁਏਸ਼ਨ ਇਹਦੇ ਵਿੱਚ 3 ਦੇ ਵਿੱਚ, ਤੇ ਉੱਥੋਂ ਤੁਹਾਡੇ ਕੋਲ ਇਹ ਇਕੁਏਸ਼ਨ 5 ਚ ਪੁੱਟ ਕਰ ਦਿਓ ਤੇ ਤੁਹਾਡੇ ਕੋਲ ਆਹ ਵਾਲੀ ਇਕੁਏਸ਼ਨ 7 ਇਹ ਬਣ ਜਾਏਗੀ। ਨਾਓ ਆਲਸੋ ਕੇਸ 3 ਹੈ ਕਿ ਵੈਨ t is 0 ਬਟ ਦਾ ਆਬਜ਼ਰਵੇਸ਼ਨ ਪੁਆਇੰਟ ਲਾਈਜ਼ ਇਨ XY ਪਲੇਨ। ਹੁਣ ਕੀ ਹੈ ਕਿ ਜਿਹੜਾ ਆਬਜ਼ਰਵੇਸ਼ਨ ਪੁਆਇੰਟ ਆ ਉਹ XY ਪਲੇਨ ਦੇ ਵਿੱਚ ਲਾਈ ਕਰਦਾ। ਸੋ XY ਪਲੇਨ 'ਚ ਲਾਈ ਕਰੇਗਾ ਤਾਂ ਬਾਕੀ Z ਕੋਆਰਡੀਨੇਟ ਜਿਹੜਾ ਹੈਗਾ ਉਹ 0 ਹੋ ਜਾਏਗਾ। ਇਹਦੇ ਨਾਲ ਫਿਰ ਆ ਇਕੁਏਸ਼ਨ 7 ਇਟ ਵਿਲ ਬਿਕਮ ਦਿਸ ਇਕੁਏਸ਼ਨ 8। ਸੋ ਸਿੰਪਲ ਮੈਥਮੈਟਿਕਸ ਹੈ, ਕੋਈ ਖਾਸ ਨਹੀਂ ਹੈ। ਮੇਨ ਮੈਂ ਇੱਥੇ ਤੁਹਾਨੂੰ ਜਿਹੜਾ ਸਟ੍ਰੈਸ ਦੇ ਰਿਹਾ ਵਾਂ ਉਹ ਹੈ ਕਿ ਇਸ ਬਿਹਾਈਂਡ ਜਿਹੜਾ ਕੌਨਸੈਪਟ ਹੈ ਉਹਦੇ ਉੱਤੇ ਆਪਾਂ ਧਿਆਨ ਰੱਖਣਾ। ਫਿਰ ਆਪਣੇ ਕੋਲ ਦੋ ਸਬ ਕੇਸਿਸ ਆਉਂਦੇ ਆ। ਸਬ ਕੇਸ 1 ਹੈ ਕਿ ਇਫ ਪੁਆਇੰਟ P ਇਟ ਲਾਈਜ਼ ਅਲੋਂਗ X ਐਕਸਿਸ। ਜੇ ਪੁਆਇੰਟ P X ਐਕਸਿਸ ਦੇ ਅਲੋਂਗ ਲਾਈ ਕਰਦਾ ਤਾਂ ਆ ਦੇਖੋ ਆ ਪੁਆਇੰਟ P ਹੈ, ਅਗਰ X ਐਕਸਿਸ ਦੇ ਅਲੋਂਗ ਲਾਈ ਕਰੇਗਾ ਤੇ ਇਹਦਾ ਜਿਹੜਾ Y ਕੋਆਰਡੀਨੇਟ ਆ ਉਹ 0 ਹੋ ਜਾਏਗਾ। ਤੇ ਇਹ ਵਾਲੀ ਵੈਲਿਊ ਆ ਜਿਹੜੀ O ਤੋਂ ਲੈ ਕੇ ਕਿਸੇ ਪੁਆਇੰਟ P ਤੱਕ ਦੀ ਉਹ ਮੈਂ ਸਮਾਲ a ਲੈ ਲਈ। ਸੋ ਸਮਾਲ a ਇਜ਼ ਦ ਡਿਸਟੈਂਸ ਆਫ ਪੁਆਇੰਟ P ਫਰੋਮ point O. So therefore we have r is equal to ai cap, y is equal to 0। ਇਹਨੂੰ ਤੁਸੀਂ ਇਕੁਏਸ਼ਨ 8 ਚ ਪੁੱਟ ਕਰੋ, ਤੁਹਾਡੇ ਕੋਲ ਇਕੁਏਸ਼ਨ 9 ਆ ਜਾਏਗੀ। ਤੇ ਸਿਮਿਲਰਲੀ ਅਗਰ ਮੈਂ ਪੁਆਇੰਟ P ਨੂੰ y ਐਕਸਿਸ ਦੇ ਲੌਂਗ ਲੈਣਾ ਆ ਤੇ ਉਹਦੇ ਨਾਲ ਮੇਰੇ ਕੋਲ r ਦੀ ਵੈਲਿਊ a j cap ਆ ਜਾਏਗੀ ਤੇ e ਪਰਪੈਂਡੀਕੂਲਰ ਦੀ ਜਿਹੜੀ ਵੈਲਿਊ ਆ that will become equation 10। So E perpendicular means that is perpendicular to the direction of motion of the charge, and parallel is the it is in the same direction as the direction of motion of the charge। ਹੁਣ ਅਸੀਂ ਦੋਹਾਂ ਦਾ ਮੈਗਨੀਟਿਊਡ ਨੂੰ ਕੰਪੇਅਰ ਕੀਤਾ ਤਾਂ ਇਹ ਦੋਨੇ ਵੈਲਿਊਜ਼ they are not equal to each other but there is a ratio that is 1 minus beta square 3/2। ਸੋ ਇੱਕ ਗੱਲ ਤਾਂ ਕਲੀਅਰ ਹੈ ਕਿ ਇਲੈਕਟ੍ਰਿਕ ਫੀਲਡ magnitude due to moving charge it is different in different directions। ਪੁਆਇੰਟ ਚਾਰਜ ਜਿਹੜਾ ਸਟੇਸ਼ਨਰੀ ਚਾਰਜ ਸੀਗਾ ਉਹਦੇ ਵਿੱਚ ਆਪਾਂ ਤਾਂ ਇਹ ਪੜ੍ਹਿਆ ਹੈ ਕੂਲਮਸ ਲਾ ਦੇ ਵਿੱਚ ਕਿ ਇਲੈਕਟ੍ਰਿਕ ਫੀਲਡ ਇਜ਼ has the same magnitude in all the directions if the distance is equal or same। ਜੇ distance same ਹੈ ਤਾਂ ਸਾਰੇ ਪਾਸੇ ਇਲੈਕਟ੍ਰਿਕ ਫੀਲਡ ਦਾ ਮੈਗਨੀਟਿਊਡ ਸੇਮ ਹੋਏਗਾ। ਪਰ ਹੁਣ ਕੀ ਇੱਥੇ ਦੇਖਿਆ ਮੂਵਿੰਗ ਚਾਰਜ ਦੇ ਲਈ ਕਿ ਪੈਰਲਲ ਡਾਇਰੈਕਸ਼ਨ ਦੇ ਵਿੱਚ ਜਿੱਧਰ ਨੂੰ ਚਾਰਜ ਮੂਵ ਕਰ ਰਿਹਾ ਉਸ ਡਾਇਰੈਕਸ਼ਨ 'ਚ ਇਲੈਕਟ੍ਰਿਕ ਫੀਲਡ ਦੀ ਵੈਲਿਊ ਹੈ E ਪੈਰਲਲ, ਤੇ ਪਰਪੈਂਡੀਕੂਲਰ ਡਾਇਰੈਕਸ਼ਨ y ਐਕਸਿਸ ਦੇ ਅਲੋਂਗ ਜਿਹੜੀ ਇਲੈਕਟ੍ਰਿਕ ਫੀਲਡ ਹੈ E ਪਰਪੈਂਡੀਕੂਲਰ, ਤੇ ਉਹਨਾਂ ਦੀ ਜਿਹੜੀ ਰੇਸ਼ੋ ਆਈ ਹੈ ਉਹ ਆਈ ਹੈ 1 ਮਾਈਨਸ ਬੀਟਾ ਸਕੇਅਰ 3⁻²। ਹੁਣ ਕਿਉਂਕਿ ਬੀਟਾ ਇਟ ਇਜ਼ ਲੈਸ ਦੈਨ 1 ਸੋ this value it becomes less than 1। तो इसका मतलब E पैरेलल इट इज़ लेस दैन E परपेंडिकुलर। की मतलब कि E पैरेलल इलैक्ट्रिक फील्ड इन द पैरेलल डायरेक्शन इज लैस इन मैगनीट्यूड दैन द इलैक्ट्रिक फील्ड इन द परपेंडिकुलर डायरेक्शन। सो इस डायग्राम दे विच तुसीं देखो कि इलैक्ट्रिक फील्ड जिहड़ियां लाइन्स ने दे आर मोर डेंस अलोंग y एक्सिस दे अलोंग उन्हां दी डेंसिटी ज़्यादा आ, थोड़ी जगह दे विच ज़्यादा लाइन्स ने, ते एक्स एक्सिस दे अलोंग उन्हां दी डेंसिटी घट है। इलैक्ट्रिक फील्ड ऑफ लाइन्स दे आर have less dense along the x axis। So that means कि magnitude where the density of lines are more, that means magnitude of electric field is more। So here we find that electric field due to moving charge has different values in different directions। So this is a very important question from examination point of view। I hope you have understand the lecture। Thank you।